ਗੁੱਡ ਮਾਰਨਿੰਗ ਬੇਟਾ। ਤੁਹਾਡਾ ਪੰਜਾਬੀ ਕਲਾਸ ਵਿੱਚ ਸਵਾਗਤ ਹੈ। ਬੇਟਾ, ਸਭ ਤੋਂ ਪਹਿਲਾਂ ਆਪਾਂ ਤੁਹਾਡੀ ਜਿਹੜੀ ਪਾਠ ਪੁਸਤਕ ਸਾਹਿਤਕ ਕਿਰਨਾਂ ਸ਼ੁਰੂ ਕਰਨ ਜਾ ਰਹੇ ਹਾਂ, ਉਸ ਦੀ ਪਹਿਲੀ ਕਵਿਤਾ ਫਰੀਦਾ ਜੇ ਤੂੰ ਅਕਲ ਲਤੀਫ ਪੜ੍ਹਾਂਗੇ। ਜਿਹੜੀ ਇਹ ਕਵਿਤਾ ਹੈ, ਇਹ ਬਾਬਾ ਫਰੀਦ ਜੀ ਦੇ ਸ਼ਲੋਕ ਹਨ। ਵਾਸਤਵਿਕਤਾ ਵਿੱਚ ਬਾਬਾ ਫਰੀਦ ਜੀ ਬਾਰੇ ਮੈਂ ਤੁਹਾਨੂੰ ਕੁਝ ਦੱਸਣਾ ਚਾਹੁੰਦੀ ਹਾਂ। ਬਾਬਾ ਫਰੀਦ ਜੀ ਪੰਜਾਬੀ ਦੇ ਪਹਿਲੇ ਸੂਫੀ ਕਵੀ ਹਨ। ਭਾਵ ਸੂਫੀ ਕਾਵਿਧਾਰਾ ਦੀ ਸ਼ੁਰੂਆਤ ਬਾਬਾ ਫਰੀਦ ਜੀ ਤੋਂ ਹੁੰਦੀ ਹੈ। ਸ਼ੇਖ ਫਰੀਦ ਜੀ ਦਾ ਪੂਰਾ ਨਾਮ ਸ਼ੇਖ ਫਰੀਦੁਦੀਨ ਮਸੂਦ ਸ਼ਕਰਗੰਜ ਸੀ। ਫਰੀਦ ਜੀ ਦਾ ਜਨਮ 1173 ਈਸਵੀ ਨੂੰ ਪਿੰਡ ਖੋਤਵਾਲ, ਜ਼ਿਲ੍ਹਾ ਮੁਲਤਾਨ, ਪਾਕਿਸਤਾਨ ਵਿੱਚ ਹੋਇਆ। ਆਪ ਜੀ ਨੇ ਬਹੁਤ ਸਾਰੀ ਬਾਣੀ ਰਚੀ। ਆਪ ਜੀ ਦੀ ਮਹਾਨਤਾ ਇਸ ਵਿੱਚ ਵੀ ਹੈ ਕਿ ਆਪ ਜੀ ਦੇ ਸ਼ਲੋਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਦਰਜ ਹਨ। ਆਓ ਆਪਾਂ ਉਹਨਾਂ ਦੇ ਸ਼ਲੋਕ ਪੜ੍ਹੀਏ। ਤੁਹਾਡੀ ਪਾਠ ਪੁਸਤਕ ਵਿੱਚ ਇਹ ਫਰੀਦਾ ਜੇ ਤੂੰ ਅਕਲ ਲਤੀਫ ਸਿਰਲੇਖ ਹੇਠ ਦਰਜ ਹਨ। ਆਓ ਆਪਾਂ ਉਹਨਾਂ ਦੇ ਸ਼ਲੋਕ ਪੜ੍ਹਦੇ ਹਾਂ। ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪਨੜੇ ਗਿਰਵਾਨ ਮਈ ਸਿਰ ਨੀਵਾਂ ਕਰ ਦੇਖ। ਸ਼ੇਖ ਫਰੀਦ ਜੀ ਮਨੁੱਖ ਨੂੰ ਸਮਝਾਉਂਦੇ ਹੋਏ ਕਹਿੰਦੇ ਹਨ ਕਿ ਹੇ ਮਨੁੱਖ, ਜੇ ਤੂੰ ਸਮਝਦਾਰ ਹੈ, ਬਰੀਕ ਸਮਝ ਵਾਲਾ ਹੈ, ਅਕਲ ਲਤੀਫ, ਤੇਰੇ ਵਿੱਚ ਸਮਝਦਾਰੀ ਹੈ, ਤਾਂ ਤੂੰ ਆਪਣੇ ਭੈੜੇ ਕਰਮਾਂ ਵਿੱਚ ਵਾਧਾ ਨਾ ਕਰ। ਕਾਲੇ ਲਿਖ ਨਾ ਲੇਖ, ਤੂੰ ਕਾਲੇ ਲੇਖ ਨਾ ਲਿਖ, ਭਾਵ ਮਾੜੇ ਕਰਮ ਨਾ ਕਰ। ਤੈਨੂੰ ਮਾੜੇ ਕਰਮ ਨਹੀਂ ਕਰਨੇ ਚਾਹੀਦੇ। ਆਪਨੜੇ ਗਿਰਵਾਨ ਮੇ ਸਿਰ ਨੀਵਾਂ ਕਰ ਦੇਖ, ਤੂੰ ਦੂਸਰੇ ਦੇ ਮਾੜੇ ਕੰਮਾਂ ਦੀ ਆਲੋਚਨਾ ਨਾ ਕਰ। ਭਾਵ ਜੇ ਕੋਈ ਮਾੜੇ ਕੰਮ ਕਰ ਰਿਹਾ ਤਾਂ ਉਸਦੇ ਖਾਤੇ ਵਿੱਚ ਦਰਜ ਹੋ ਰਹੇ ਹਨ। ਤੂੰ ਕਿਸੇ ਤੋਂ ਕੀ ਲੈਣਾ ਹੈ? ਤੂੰ ਆਪਣੇ ਗਿਰਵਾਨ ਵਿੱਚ, ਆਪਣੀ ਬੁੱਕਲ ਵਿੱਚ ਦੇਖ। ਦੂਸਰਿਆਂ ਵਿੱਚ ਨੁਕਸ ਕੱਢਣ ਦੀ ਬਜਾਏ ਆਪਣੇ ਔਗਣਾਂ ਵੱਲ ਧਿਆਨ ਦੇ ਅਤੇ ਉਹਨਾਂ ਔਗਣਾਂ ਨੂੰ ਦੂਰ ਕਰ। ਭਾਵ ਤੂੰ ਇਸ ਤਰ੍ਹਾਂ ਦੇ ਕੰਮ ਕਰ ਜਿਹੜੇ ਦੇਖਣ 'ਚ ਚੰਗੇ ਨਾ ਲੱਗਣ, ਸਗੋਂ ਵਾਸਤਵਿਕਤਾ ਵਿੱਚ ਵੀ ਚੰਗੇ ਹੋਣ ਅਤੇ ਉਹਨਾਂ ਕਰਮਾਂ ਪਿੱਛੇ ਭਾਵਨਾ ਵੀ ਚੰਗੀ ਹੋਵੇ। ਭਾਵ ਤੈਨੂੰ ਆਪਣੇ ਦੋਸ਼ ਦੂਰ ਕਰਨੇ ਚਾਹੀਦੇ ਹਨ, ਕਿਸੇ ਦੇ ਦੋਸ਼ ਨਹੀਂ ਦੇਖਣੇ ਚਾਹੀਦੇ, ਕਿਸੇ ਦੀ ਆਲੋਚਨਾ ਨਹੀਂ ਕਰਨੀ ਚਾਹੀਦੀ, ਕਿਸੇ ਦੇ ਔਗਣਾਂ ਵੱਲ ਧਿਆਨ ਨਹੀਂ ਦੇਣਾ ਚਾਹੀਦਾ। ਦੂਸਰਾ ਸ਼ਲੋਕ ਹੈ। ਦੇਖ ਫਰੀਦਾ ਜੇ ਥੀਆ, ਦਾੜੀ ਹੋਈ ਭੂਰ, ਅੱਗੋਂ ਨੇੜੇ ਆਇਆ, ਪਿੱਛਾ ਰਿਹਾ ਦੂਰ। ਸ਼ੇਖ ਫਰੀਦ ਜੀ ਕਹਿੰਦੇ ਹਨ ਕਿ ਦੇਖ ਫਰੀਦਾ ਜੋ ਥੀਆ, ਫਰੀਦਾ ਤੂੰ ਦੇਖ ਜੋ ਹੋ ਰਿਹਾ ਹੈ, ਜੋ ਵਾਪਰ ਰਿਹਾ ਹੈ, ਉਸਨੂੰ ਦੇਖ। ਦਾੜੀ ਹੋਈ ਭੂਰ, ਕੀ ਹੋ ਰਿਹਾ ਹੈ? ਤੇਰੀ ਦਾੜੀ ਚਿੱਟੀ ਹੋ ਗਈ ਹੈ। ਭਾਵ ਤੂੰ ਹੌਲੀ ਹੌਲੀ ਬੁਢਾਪੇ ਵੱਲ ਵੱਧ ਰਿਹਾ ਹੈ। ਜੋ ਤੇਰੀ ਜ਼ਿੰਦਗੀ ਵਿੱਚ ਵਾਪਰ ਰਿਹਾ ਹੈ, ਘਟਿਤ ਹੋ ਰਿਹਾ ਹੈ, ਤੂੰ ਉਹਨੂੰ ਦੇਖ। ਹੁਣ ਕੀ ਹੋ ਰਿਹਾ ਹੈ ਕਿ ਤੇਰੀ ਦਾੜੀ ਚਿੱਟੀ ਹੋ ਗਈ ਹੈ, ਤੂੰ ਬੁੱਢਾ ਹੋ ਗਿਆ ਹੈ। ਅੱਗੋਂ ਨੇੜੇ ਆਇਆ, ਪਿੱਛਾ ਰਿਹਾ ਦੂਰ, ਤੇਰਾ ਅਗਲਾ ਸਮਾਂ ਨੇੜੇ ਆ ਗਿਆ। ਅਗਲਾ ਮਤਲਬ ਮੌਤ ਦਾ ਸਮਾਂ ਤੇਰਾ ਨੇੜੇ ਆ ਗਿਆ ਹੈ। ਪਿੱਛਾ ਰਿਹਾ ਦੂਰ, ਤੇਰਾ ਪਿਛਲਾ ਸਮਾਂ ਭਾਵ ਜਨਮ ਦਾ ਅਤੇ ਬਚਪਨ ਵਾਲਾ ਜਿਹੜਾ ਸਮਾਂ ਹੈ ਉਹ ਦੂਰ ਹੋ ਗਿਆ ਹੈ। ਫਰੀਦ ਜੀ ਇਹ ਸਮਝਾਉਣਾ ਚਾਹੁੰਦੇ ਹੈ ਕਿ ਜਿਹੜਾ ਸਮਾਂ ਤੇਰੇ ਕੋਲ ਬਚਿਆ ਹੈ, ਜੋ ਸਮਾਂ ਤੇਰੇ ਕੋਲ ਬਚਿਆ ਹੈ, ਉਸਨੂੰ ਤੂੰ ਪਰਮਾਤਮਾ ਦੀ ਬੰਦਗੀ ਵਿੱਚ
ਲਾ। ਤੈਨੂੰ ਇਹ ਸਮਾਂ ਪਰਮਾਤਮਾ ਦੀ ਭਗਤੀ ਵਿੱਚ ਲਾਉਣਾ ਚਾਹੀਦਾ ਹੈ, ਐਵੇਂ ਨਹੀਂ ਗਵਾਉਣਾ ਚਾਹੀਦਾ। ਤੀਸਰਾ ਦੋਹਾ ਹੈ, ਫਰੀਦਾ ਜੰਗਲ ਜੰਗਲ ਕਿਆ ਭਵੈਂ, ਵਨ ਕੰਡਾ ਮੋੜਹੀਂ, ਵਸੀ ਰੱਬ ਹਿਆਲੀਏ ਜੰਗਲ ਕਿਆ ਢੂੰਡਹੀਂ। ਫਰੀਦ ਜੀ ਕਹਿੰਦੇ ਹਨ ਕਿ ਹੇ ਮਨੁੱਖ, ਜਿਹੜਾ ਪਰਮਾਤਮਾ ਹੈ ਉਹ ਸਾਡੇ ਹਿਰਦੇ ਵਿੱਚ ਵਸਦਾ ਹੈ। ਜੰਗਲ ਜੰਗਲ ਕਿਆ ਭਵੇਂ, ਫਰੀਦ ਜੀ ਕਹਿੰਦੇ ਹਨ ਕਿ ਮਨੁੱਖ ਤੂੰ ਜੰਗਲ ਜੰਗਲ ਵਿੱਚ, ਭਾਵ ਹਰੇਕ ਜੰਗਲ ਵਿੱਚ ਕਿਉਂ ਘੁੰਮਦਾ ਹੈ। ਭਵੇਂ ਘੁੰਮਦਾ ਹੈ, ਕਿਆ ਕਿਉਂ ਘੁੰਮਦਾ ਹੈ। ਕਹਿੰਦੇ ਹਨ ਕਿ ਘਰ ਵਿੱਚ ਰਹਿ ਕੇ ਪਰਮਾਤਮਾ ਦੀ ਭਗਤੀ ਨਹੀਂ ਕੀਤੀ ਜਾਂਦੀ, ਇਸ ਕਰਕੇ ਲੋਕ ਜੰਗਲਾਂ ਵਿੱਚ, ਵਨਾਂ ਵਿੱਚ ਤਪੱਸਿਆ ਕਰਨ ਲਈ ਚਲੇ ਜਾਂਦੇ ਹਨ। ਫਰੀਦ ਜੀ ਇਸ ਚੀਜ਼ ਦਾ ਖੰਡਨ ਕਰਦੇ ਹੋਏ ਕਹਿੰਦੇ ਹਨ ਕਿ ਤੂੰ ਜੰਗਲ ਜੰਗਲ ਕਿਉਂ ਭਟਕਦਾ ਫਿਰਦਾ ਹੈ। ਵਨ ਕੰਡਾ ਮੋੜਹੀਂ, ਵਨ ਵਨਾਂ ਦਾ, ਜੰਗਲਾਂ ਦਾ, ਕੰਡਾ ਕੰਡੇ ਮੋੜਹੀਂ ਲਤਾੜਦਾ ਹੈ, ਭਾਵ ਤੂੰ ਜੰਗਲ ਜੰਗਲ ਭਟਕ ਕੇ ਵਨਸਪਤੀ ਨੂੰ ਲਤਾੜਦਾ ਫਿਰਦਾ ਹੈ, ਪੈਰਾਂ ਹੇਠ ਦਬਦਾ ਫਿਰਦਾ ਹੈ। ਤੂੰ ਅਜਿਹਾ ਕਿਉਂ ਕਰ ਰਿਹਾ ਹੈ। ਵਸੀ ਰੱਬ ਹਿਆਲੀਏ, ਰੱਬ ਕਿੱਥੇ ਵਸਦਾ ਹੈ। ਹਿਆਲੀਏ ਹਿਰਦੇ ਵਿੱਚ ਵਸਦਾ ਹੈ। ਜੰਗਲ ਕਿਆ ਢੂੰਡੇ, ਤੂੰ ਉਸਨੂੰ ਜੰਗਲ ਵਿੱਚ ਕਿਉਂ ਲੱਭਦਾ ਹੈ। ਢੂੰਡੇ, ਉਸਨੂੰ ਕਿਉਂ ਲੱਭਦਾ ਹੈ। ਜੰਗਲਾਂ ਵਿੱਚ ਪਰਮਾਤਮਾ ਨੂੰ ਲੱਭਣ ਦਾ ਕੋਈ ਫਾਇਦਾ ਨਹੀਂ। ਪਰਮਾਤਮਾ ਤਾਂ ਸਾਡੇ ਹਿਰਦੇ ਵਿੱਚ ਵਸਦਾ ਹੈ। ਇਸਨੂੰ ਜੰਗਲਾਂ ਵਿੱਚ ਲੱਭਣ ਦਾ ਕੋਈ ਲਾਭ ਨਹੀਂ। ਜੇ ਪਰਮਾਤਮਾ ਨੂੰ ਪ੍ਰਾਪਤ ਕਰਨਾ ਹੈ ਤਾਂ ਆਪਣੇ ਹਿਰਦੇ ਘਰ ਵਿੱਚੋਂ ਹੀ ਪ੍ਰਾਪਤ ਕਰ। ਅਗਲਾ ਸ਼ਲੋਕ ਹੈ, ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੋਪੜੀ, ਨਾ ਤਰਸਾਏ ਜੀਓ। ਫਰੀਦ ਜੀ ਮਨੁੱਖ ਨੂੰ ਇਸ ਸ਼ਲੋਕ ਰਾਹੀਂ ਸਬਰ ਸੰਤੋਖ ਦੀ ਸਿੱਖਿਆ ਦੇਣਾ ਚਾਹੁੰਦੇ ਹਨ ਕਿ ਪਰਮਾਤਮਾ ਸਾਨੂੰ ਜੋ ਕੁਛ ਦਿੰਦਾ ਹੈ ਨਾ, ਉਹਦੇ 'ਚ ਸੰਤੁਸ਼ਟ ਰਹਿਣਾ ਚਾਹੀਦਾ ਹੈ ਅਤੇ ਉਸੇ 'ਚ ਸਬਰ ਕਰ ਲੈਣਾ ਚਾਹੀਦਾ ਹੈ। ਜੋ ਤੇਰੇ ਕੋਲ ਹੈ ਰੁੱਖੀ ਸੁੱਖੀ ਖਾਏ ਕੇ, ਜਿਹੋ ਜਿਹਾ ਵੀ ਤੈਨੂੰ ਸਧਾਰਨ ਖਾਣਾ ਮਿਲਦਾ ਹੈ ਰੁੱਖਾ ਸੁੱਖਾ, ਖਾ ਕੇ ਸਬਰ ਕਰ ਅਤੇ ਠੰਡਾ ਪਾਣੀ ਪੀ। ਅਤੇ ਫਰੀਦਾ ਦੇਖ ਪਰਾਈ ਚੋਪੜੀ, ਨਾ ਤਰਸਾਏ ਜੀ। ਦੂਸਰੇ ਦੀ ਸੁਆਦਲੀ ਰੋਟੀ ਜਾਂ ਚੋਪੜੀ ਹੋਈ ਰੋਟੀ ਦੇਖ ਕੇ ਆਪਣੇ ਮਨ ਨੂੰ ਕਿਉਂ ਤਰਸਾਉਣਾ ਹੈ। ਕਿ ਜਿੰਨਾ ਆਪਣੇ ਕੋਲ ਹੈ ਉਸੇ ਵਿੱਚ ਸਬਰ ਸੰਤੋਖ ਕਰਨਾ ਸਿੱਖੋ। ਕਿਸੇ ਦੇ ਧਨ ਨੂੰ ਦੇਖ ਕੇ ਲਾਲਚ ਨਾ ਕਰੋ, ਮਨ ਨੂੰ ਨਾ ਤਰਸਾਓ। ਆਪਣੇ ਜੋ ਕਰਮਾਂ ਵਿੱਚ ਹੈ ਉਸੇ ਦੇ ਅਨੁਸਾਰ ਸਬਰ ਕਰੋ। ਮਨੁੱਖ ਨੂੰ ਸਬਰ ਸੰਤੋਖ ਰੱਖਣਾ ਚਾਹੀਦਾ ਹੈ, ਮਨ ਭਟਕਾਉਣਾ ਨਹੀਂ ਚਾਹੀਦਾ। ਅਗਲਾ ਦੋਹਾ ਹੈ, ਬਿਰਹਾ ਬਿਰਹਾ ਆਖੀਏ, ਬਿਰਹਾ ਤੂੰ ਸੁਲਤਾਨ ਫਰੀਦਾ, ਜਿਸ ਤਨ ਬਿਰਹਾ ਨਾ ਉਪਜੇ, ਸੋ ਤਨ ਜਾਨ ਮਸਾਨ। ਫਰੀਦ ਜੀ ਕਹਿੰਦੇ ਹਨ ਕਿ ਲੋਕ ਵਿਛੋੜੇ ਨੂੰ ਬੁਰਾ ਆਖਦੇ ਹੈ। ਬਿਰਹਾ ਵਿਛੋੜਾ, ਇਹਨੂੰ ਬੁਰਾ ਆਖਦੇ ਹੈ। ਵਿਛੋੜਾ ਕਿਹੜਾ? ਵਿਛੋੜਾ ਹੈ ਪਰਮਾਤਮਾ ਦਾ ਵਿਛੋੜਾ। ਜਿਹੜੀ ਸਾਡੀ ਆਤਮਾ ਹੈ ਉਹ ਪਰਮਾਤਮਾ ਤੋਂ ਵਿਛੜ ਕੇ ਆਈ ਹੈ ਅਤੇ ਹਰ ਆਤਮਾ ਵਿੱਚ ਪਰਮਾਤਮਾ ਨੂੰ ਮਿਲਣ ਦੀ ਤੜਪ ਹੋਣੀ ਚਾਹੀਦੀ ਹੈ। ਜਿਹੜੀ ਆਤਮਾ ਪਰਮਾਤਮਾ ਨੂੰ ਮਿਲਣ ਦੀ ਤੜਪ ਰੱਖਦੀ ਹੈ ਉਹ ਪਰਮਾਤਮਾ ਨੂੰ ਮਿਲ ਹੀ ਜਾਂਦੀ ਹੈ। ਜਦੋਂ ਸੰਸਾਰ ਵਿੱਚ ਆਤਮਾ ਆ ਜਾਂਦੀ ਹੈ ਤਾਂ ਪਰਮਾਤਮਾ ਦੇ ਵਿਛੋੜੇ ਦਾ ਦੁੱਖ ਸਹਿਣ ਕਰਦੀ ਹੈ। ਤਾਂ ਫਰੀਦ ਜੀ ਮਨੁੱਖ ਨੂੰ ਸਮਝਾਉਂਦੇ ਹੋਏ ਕਹਿੰਦੇ ਹਨ ਕਿ ਤੂੰ ਬਿਰਹਾ ਬਿਰਹਾ ਆਖਦਾ ਹੈ। ਬਿਰਹਾ ਤਾਂ ਸੁਲਤਾਨ ਹੈ, ਸੁਲਤਾਨ ਰਾਜਾ ਸਰਤਾਜ। ਕਿ ਜਿਹੜਾ ਵਿਛੋੜਾ ਹੈ ਉਹ ਤਾਂ ਸਾਰੇ ਜਜ਼ਬਿਆਂ ਦਾ, ਸਾਰੇ ਦੁੱਖਾਂ ਦਾ ਸੁਲਤਾਨ ਹੈ। ਫਰੀਦਾ ਜਿਤ ਤਨ ਬਿਰਹਾ ਨਾ ਉਪਜੇ, ਸੋ ਤਨ ਜਾਨ ਮਸਾਨ। ਫਰੀਦ ਜੀ ਕਹਿੰਦੇ ਹਨ ਕਿ ਜਿਸ ਤਨ ਵਿੱਚ, ਸਰੀਰ ਵਿੱਚ
ਪਰਮਾਤਮਾ ਦੇ ਵਿਛੋੜੇ ਦਾ ਦਰਦ ਪੈਦਾ ਨਹੀਂ ਹੁੰਦਾ, ਉਸ ਸਰੀਰ ਨੂੰ ਤਾਂ ਮਸਾਨ ਸ਼ਮਸ਼ਾਨ, ਮੁਰਦੇ ਸਾੜਨ ਦੀ ਥਾਂ ਉਸ ਸਰੀਰ ਨੂੰ ਤਾਂ ਸ਼ਮਸ਼ਾਨ ਭੂਮੀ ਦੀ ਤਰ੍ਹਾਂ ਸਮਝਣਾ ਚਾਹੀਦਾ ਹੈ, ਜਿੱਥੇ ਸੁੰਨ ਮਸਾਨ ਹੈ, ਜਿਹਦੇ 'ਚ ਕੋਈ ਭਾਵ ਨਹੀਂ, ਜਿਹਦੇ 'ਚ ਕੋਈ ਫੀਲਿੰਗ ਨਹੀਂ। ਜਿਸ ਸਰੀਰ ਵਿੱਚ ਪਰਮਾਤਮਾ ਨੂੰ ਮਿਲਣ ਦੀ ਇੱਛਾ ਹੈ, ਦੁੱਖ ਹੈ, ਉਹੀ ਸਰੀਰ ਇਸ ਦੁਨੀਆ ਵਿੱਚ ਸਹੀ ਸਰੀਰ ਹੈ, ਉਹੀ ਮਨੁੱਖ ਸਹੀ ਮਨੁੱਖ ਹੈ। ਨਹੀਂ ਤਾਂ ਬਾਕੀ ਸਰੀਰ ਤਾਂ ਮੁਰਦੇ ਦੇ ਸਮਾਨ ਹਨ, ਜਿਨ੍ਹਾਂ ਨੂੰ ਪਰਮਾਤਮਾ ਦੇ ਮਿਲਣ ਦੀ ਚਾਹ ਨਹੀਂ ਹੈ। ਅਗਲਾ ਸ਼ਲੋਕ ਹੈ, ਫਰੀਦਾ ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸਮ, ਲੇਖਾ ਰੱਬ ਮੰਗੇਸੀਆਂ ਤੂੰ ਆਹੋ ਕੇਰੇ ਕੰਮ। ਫਰੀਦ ਜੀ ਇੱਥੇ ਸਮੇਂ ਨੂੰ ਐਵੇਂ ਹੀ ਗਵਾਉਣ ਬਾਰੇ ਦੱਸ ਰਹੇ ਹਨ। ਮਨੁੱਖ ਨੂੰ ਸਮਝਾਉਂਦੇ ਹੋਏ ਫਰੀਦ ਜੀ ਕਹਿੰਦੇ ਹਨ ਕਿ ਜਿਹੜਾ ਸਮਾਂ ਤੈਨੂੰ ਪਰਮਾਤਮਾ ਨੇ ਦਿੱਤਾ ਹੈ, ਉਹਨੂੰ ਅਜਾਈ ਨਾ ਗਵਾ, ਅਜਾਈ ਐਵੇਂ ਹੀ ਨਾ ਗਵਾ, ਇਸ ਦਾ ਲੇਖਾ ਤੈਨੂੰ ਦੇਣਾ ਪੈਣਾ ਹੈ। ਲੇਖਾ ਹਿਸਾਬ ਕਿਤਾਬ ਤੈਨੂੰ ਦੇਣਾ ਪੈਣਾ ਹੈ। ਇਸ ਕਰਕੇ ਤੂੰ ਆਪਣੇ ਸਮੇਂ ਨੂੰ ਸਹੀ ਪਾਸੇ ਲਾ। ਫਰੀਦ ਜੀ ਆਪਣੇ ਆਪ ਨੂੰ ਸੰਬੋਧਨ ਕਰਦੇ ਹੋਏ ਕਹਿੰਦੇ ਹੈ, ਆਪਣੇ ਆਪ ਨੂੰ ਕਿਉਂ? ਕਿਉਂਕਿ ਕਿਸੇ ਨੂੰ ਆਪਾਂ ਕੋਈ ਗੱਲ ਕਹਿੰਦੇ ਹਾਂ ਤਾਂ ਉਹਨੂੰ ਕੜਵੀ ਲੱਗਦੀ ਹੈ। ਆਪਣੇ ਆਪ ਨੂੰ ਸੰਬੋਧਨ ਕਰਦੇ ਹੋਏ ਮਨੁੱਖ ਨੂੰ ਸਮਝਾਉਂਦੇ ਹੈ ਕਿ ਫਰੀਦਾ ਚਾਰ ਗਵਾਇਆ ਹੰਡ, ਕਿ ਦਿਨ ਦੇ ਚਾਰ ਪਹਿਰ ਦਿਨ ਦੇ, ਚਾਰ ਪਹਿਰ ਰਾਤ ਦੇ, 8 ਪਹਿਰਾਂ ਵਿੱਚ ਦਿਨ ਰਾਤ ਵੰਡਿਆ ਹੋਇਆ ਹੈ। ਕਿ ਦਿਨ ਦੇ 4 ਪਹਿਰ ਤਾਂ ਤੂੰ ਦੁਨਿਆਵੀ ਪਦਾਰਥਾਂ ਦੀ ਭਾਲ ਵਿੱਚ, ਦੌੜ ਭੱਜ ਵਿੱਚ ਵਿਅਰਥ ਗਵਾ ਦਿੱਤੇ। 4 ਗਵਾਇਆ ਹੰਡ ਕੇ ਦੌੜ ਭੱਜ ਕੇ ਗਵਾ ਦਿੱਤੇ। 4 ਗਵਾਇਆ ਸਮ, ਤੇ 4 ਜਿਹੜੇ ਰਾਤ ਦੇ ਹੈ ਉਹ ਸੌਂ ਕੇ ਗਵਾ ਦਿੱਤੇ। ਸੁੱਤਾ ਰਿਹਾ ਰਾਤ ਦੇ ਚਾਰੋਂ ਪਹਿਰ, ਲੇਖਾ ਰੱਬ ਮੰਗੇਸੀਆਂ ਤੂੰ ਆਹੋ ਕੇਰੇ ਕੰਮ। ਜਦੋਂ ਪਰਮਾਤਮਾ ਤੇਰੇ ਨਾਲ ਹਿਸਾਬ ਕਿਤਾਬ ਕਰਨ ਬੈਠੇਗਾ, ਤੇਰੇ ਸਮੇਂ ਦਾ ਹਿਸਾਬ ਕਿਤਾਬ ਮੰਗੇਗਾ ਕਿ ਦਿਨ ਰਾਤ ਦੇ ਜਿਹੜੇ 8 ਪਹਿਰ ਸੀ, 4 ਦਿਨ ਦੇ 4 ਰਾਤ ਦੇ, ਤੂੰ ਕਿਹੜੇ ਕੰਮ ਵਿੱਚ ਲਾਏ, ਤਾਂ ਤੂੰ ਕੀ ਜਵਾਬ ਦੇਵੇਂਗਾ? ਕਿ ਮੈਂ ਜਿਹੜੇ 4 ਪਹਿਰ ਦਿਨ ਦੇ ਉਹ ਭੱਜ ਦੌੜ ਵਿੱਚ, ਮਾਇਆ ਇਕੱਠੀ ਕਰਨ ਵਿੱਚ ਗਵਾ ਦਿੱਤੇ, ਤੇ ਰਾਤ ਦੇ 4 ਪਹਿਰ ਸੋ ਕੇ ਗਵਾ ਦਿੱਤੇ। ਇਸ ਕਰਕੇ ਮਨੁੱਖ ਨੂੰ ਸਮਝਾਉਂਦੇ ਹੋਏ ਕਹਿੰਦੇ ਹੈ ਕਿ ਸਮੇਂ ਨੂੰ ਐਵੇਂ ਨਾ ਗਵਾ ਤੂੰ। ਅਗਲਾ ਸ਼ਲੋਕ ਹੈ, ਬੁੱਢਾ ਹੋਇਆ ਸ਼ੇਖ ਫਰੀਦ ਕੰਬਨ ਲੱਗੀ ਦੇ, ਸੇ ਸੋਵਰਿਆਂ ਜੀਵਨ ਭੀਤਨ ਹੋਸੀ ਖੀ। ਇਸ ਸ਼ਲੋਕ ਵਿੱਚ ਮਨੁੱਖੀ ਸਰੀਰ ਦੀ ਨਾਸ਼ਵਾਨਤਾ ਨੂੰ ਦਰਸਾਉਂਦੇ ਹੋਏ ਫਰੀਦ ਜੀ ਕਹਿੰਦੇ ਹਨ ਕਿ ਮਨੁੱਖੀ ਸਰੀਰ ਹੈ ਜਿਹੜਾ ਇਹ ਨਾਸ਼ਵਾਨ ਹੈ। ਚਾਹੇ ਮਨੁੱਖ ਕਿੰਨਾ ਸਮਾਂ ਬਤੀਤ ਕਰ ਲਵੇ ਇਸ ਦੁਨੀਆ 'ਤੇ, ਅੰਤ ਤਾਂ ਉਸਨੇ ਇਸ ਸੰਸਾਰ ਨੂੰ ਛੱਡ ਕੇ ਜਾਣਾ ਹੀ ਹੈ। ਸ਼ੇਖ ਫਰੀਦ ਜੀ ਕਹਿੰਦੇ ਹਨ ਕਿ ਹੇ ਸ਼ੇਖ ਫਰੀਦ, ਹੁਣ ਤੂੰ ਬੁੱਢਾ ਹੋ ਗਿਆ ਹੈ। ਬੁੱਢਾ ਹੋਇਆ ਸ਼ੇਖ ਫਰੀਦ, ਸ਼ੇਖ ਫਰੀਦ ਆਪਦੇ ਆਪ ਨੂੰ ਹੀ ਕਹਿ ਰਹੇ ਹਨ ਕਿ ਹੁਣ ਤੂੰ ਬੁੱਢਾ ਹੋ ਗਿਆ ਹੈ, ਤੇਰਾ ਸਰੀਰ ਬੁਢਾਪੇ ਕਾਰਨ ਕੰਬਣ ਲੱਗ ਪਿਆ ਹੈ। ਸੇ 100 ਵਰਿਆਂ ਜੀਵਨਾ ਪੀਤਨ ਹੋਸੀ ਖੇ, ਜੇ ਤੂੰ 100 ਵਰੇ ਵੀ ਜੀਵਨ ਇੱਥੇ ਗੁਜ਼ਾਰ ਲਵੇਂ, ਭਾਵ ਜੇ ਤੈਨੂੰ 100 ਸਾਲਾਂ ਦਾ ਜੀਵਨ ਨਸੀਬ ਹੋਵੇ, ਤਾਂ ਵੀ ਅੰਤ ਵਿੱਚ ਕੀ ਹੋਣਾ ਹੈ? ਅੰਤ ਵਿੱਚ ਤਾਂ ਇਸ ਸਰੀਰ ਨੇ ਮਿੱਟੀ ਹੋਣਾ ਹੈ। ਪੀਤਨ ਹੋਸੀ ਖੇ, ਇਸ ਤਨ ਨੇ ਖੇ ਮਿੱਟੀ ਹੀ ਬਣਨਾ ਹੈ, ਇਸ ਸਰੀਰ ਨੇ ਮਿੱਟੀ ਹੀ ਹੋ ਜਾਣਾ ਹੈ। ਚਾਹੇ ਤੂੰ 100 ਸਾਲ ਜੀ ਲਵੇਂ, ਇੱਕ ਦਿਨ ਤਾਂ ਤੈਨੂੰ ਇਹ ਸੰਸਾਰ ਛੱਡਣਾ ਪੈਣਾ ਹੈ, ਭਾਵ ਮੌਤ ਨਿਸ਼ਚਿਤ ਹੈ, ਇਸ ਤੋਂ ਕੋਈ ਨਹੀਂ ਬਚ ਸਕਦਾ। ਚਾਹੇ 100 ਸਾਲ ਜੀ ਲਵੇ, ਅੰਤ ਵਿੱਚ ਸਰੀਰ ਨੇ ਮਿੱਟੀ ਵਿੱਚ ਹੀ ਮਿਲ ਜਾਣਾ ਹੈ। ਇਸ ਲਈ ਮਨੁੱਖ ਨੂੰ ਇਸ ਦੁਨੀਆ ਵਿੱਚ ਚੰਗੇ ਕੰਮ ਕਰਨੇ ਚਾਹੀਦੇ ਹੈ ਅਤੇ ਮੌਤ ਨੂੰ ਹਰ ਸਮੇਂ ਯਾਦ ਰੱਖਣਾ ਚਾਹੀਦਾ ਹੈ। ਮੌਤ ਸੱਚ ਹੈ, ਇਸ ਤੋਂ ਬਚਿਆ ਨਹੀਂ ਜਾ ਸਕਦਾ। ਬੇਟਾ ਇਹ ਜਿਹੜੇ ਸ਼ਲੋਕ ਹੈ ਫਰੀਦ ਜੀ ਦੇ, ਇਹਨੂੰ ਧਿਆਨ ਨਾਲ ਪੜ੍ਹਨਾ ਔਰ ਇਸ ਵਿੱਚੋਂ ਇੱਕ ਨੰਬਰ ਵਾਲੇ ਕੁਐਸਚਨ
ਲੱਭ ਲੈਣਾ, ਜਿੰਨੇ ਹੋ ਸਕਦੇ ਆ 5-7 ਕੁਐਸਚਨ ਆਪਣੀ ਨੋਟਬੁੱਕ 'ਤੇ ਲਿਖ ਲੈਣਾ ਇੱਕ ਵਾਕ ਵਾਲੇ। ਠੀਕ ਹੈ ਬੇਟਾ, ਮੈਨੂੰ ਉਮੀਦ ਹੈ ਤੁਹਾਨੂੰ ਇਹ ਪਾਠ, ਇਹ ਸ਼ਲੋਕ ਸਮਝ ਆ ਗਏ ਹੋਣਗੇ। ਧਿਆਨ ਨਾਲ ਪੜ੍ਹਨਾ। ਧੰਨਵਾਦ।